तिस प्रभ को सास सास चितारी, जे प्रसाद करह पुन बहुदान। मन आठ पहर कर तिसका ध्यान, जे प्रसाद तू आचार व्यवहारी। तिस प्रभ को सास सास चितारी, ਜਿਹਦੀ ਕਿਰਪਾ ਦੇ ਨਾਲ ਤੂੰ ਦਾਨ ਪੁੰਨ ਕਰ ਰਿਹਾ ਹੈ, ਪੁੰਨ ਵਾਲੇ ਕਰਮ ਦਾਨ ਕਰ ਰਿਹਾ ਹੈ। ਮਨ ਆਠ ਪਹਿਰ ਕਰ ਤਿਸਕਾ ਧਿਆਨ, हे ਮਨਾ ਅੱਠੀ ਪੈਰ ਉਸ ਪਰਮਾਤਮਾ ਦੇ ਧਿਆਨ ਧਰ, ਉਸ ਪਰਮਾਤਮਾ ਦਾ ਸਿਮਰਨ ਕਰ। ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ, ਆਚਾਰ ਜਿਹੜੇ ਅਸੀਂ ਰਸਮ ਰਿਵਾਜ ਕਰਦੇ ਹਾਂ, ਵਿਵਹਾਰ ਕਰਨਾ। ਤੇ ਸਤਿਗੁਰੂ ਜੀ ਕਿਰਪਾ ਕਰਦੇ ਤੇ ਦਿੱਤੇ ਵੀ ਹੋਇਆ ਇੱਥੇ ਥੱਲੇ ਰਸਮ ਰਿਵਾਜ ਦੇ ਕਰਮ ਕਰਨ ਵਾਲਾ, ਭਾਵ ਜਿਸ ਦੀ ਕਿਰਪਾ ਨਾਲ ਤੂੰ ਰੀਤਾਂ ਢੰਗ ਨਿਭਾਉਣ ਦੇ ਯੋਗ ਬਣਿਆ ਹੈ। ਜਿਸ ਨੇ ਇਹ ਕਿਰਪਾ ਕੀਤੀ ਹੈ ਉਸ ਪਰਮਾਤਮਾ ਨੂੰ, ਜਿਹਦੀ ਕਿਰਪਾ ਦੇ ਨਾਲ ਤੂੰ ਇਹ ਰਸਮ ਰਿਵਾਜ ਕਰਮ ਕਰ ਰਿਹਾ ਹੈ। ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ, ਉਸ ਪਰਮਾਤਮਾ ਨੂੰ ਤੂੰ ਸਾਸ ਸਾਸ ਹਰੇਕ ਸਵਾਸ ਦੇ ਨਾਲ ਉਸ ਪਰਮਾਤਮਾ ਨੂੰ ਚੇਤੇ ਕਰ, ਉਸ ਪਰਮਾਤਮਾ ਨੂੰ ਯਾਦ ਕਰ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਰੂਪ ਸ਼ਕਲ ਸੁੰਦਰ ਸੋਹਣਾ, ਜਿਸ ਪਰਮਾਤਮਾ ਨੇ ਤੈਨੂੰ ਸੋਹਣਾ ਰੂਪ ਦੇ ਦਿੱਤਾ ਹੈ, ਤੈਨੂੰ ਸੁੰਦਰਤਾ ਦਿੱਤੀ ਹੈ, ਸੋ ਪ੍ਰਭ ਸਿਮਰੋ ਸਦਾ ਅਨੂਪ। ਉਸ ਮਾਲਕ ਪਰਮਾਤਮਾ ਨੂੰ ਸਦਾ ਤੂੰ ਸਿਮਰ। ਅਨੂਪ ਇਹੋ ਐਸਾ ਸੁੰਦਰ ਜਿਸ ਦੀ ਉਪਮਾ ਨਾ ਹੋ ਸਕੇ, ਇਹੋ ਜਿਹੇ ਮਾਲਕ ਪਰਮਾਤਮਾ ਨੂੰ ਤੂੰ ਸਦਾ ਯਾਦ ਕਰ। ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਸ ਪਰਮਾਤਮਾ ਦੀ ਕਿਰਪਾ ਨਾਲ, ਵਡਿਆਈ ਦੇ ਨਾਲ, ਨਿੱਕੀ ਦਾ ਅਰਥ ਹੁੰਦਾ ਉੱਚੀ, ਸੋਹਣੀ, ਚੰਗੀ, ਤੈਨੂੰ ਚੰਗੀ ਜਾਤ ਦੀ ਪ੍ਰਾਪਤੀ ਹੋਈ ਹੈ, ਸੋ ਪ੍ਰਭ ਸਿਮਰ, ਉਸ ਪਰਮਾਤਮਾ ਨੂੰ ਸਿਮਰ ਸਦਾ ਦਿਨ ਰਾਤ। ਦਿਨ ਰਾਤ 8 ਪਹਿਰ ਉਸ ਪਰਮਾਤਮਾ ਦਾ ਸਿਮਰਨ ਕਰ। ਜੇ ਪ੍ਰਸਾਦ ਤੇਰੀ ਪਤ ਰਹੈ, ਗੁਰ ਪ੍ਰਸਾਦ ਨਾਨਕ ਜਸ ਕਹੈ। ਜਿਸ ਦੀ ਕਿਰਪਾ ਦੇ ਨਾਲ ਤੇਰੀ ਇੱਜ਼ਤ ਬਣੀ ਰਹਿੰਦੀ ਹੈ, ਤੂੰ ਇੱਜ਼ਤ ਦੇ ਨਾਲ ਸੰਸਾਰ ਦੇ ਉੱਤੋਂ ਜਾਵੇਂਗਾ। ਇੱਜ਼ਤ ਮਾਣ ਮਨੁੱਖ ਦੇ ਲਈ ਬੜਾ ਜ਼ਰੂਰੀ ਹੈ। ਜਿਹਦੀ ਕਿਰਪਾ ਦੇ ਨਾਲ, ਜਿਹੜਾ ਮਾਲਕ ਤੈਨੂੰ ਇੱਜ਼ਤ ਬਖਸ਼ ਰਿਹਾ, ਇੱਜ਼ਤ ਦੀ ਦਾਤ ਦੇ ਰਿਹਾ, ਗੁਰ ਪ੍ਰਸਾਦ ਨਾਨਕ ਜਸ ਕਹੈ। ਗੁਰੂ ਦੀ ਕਿਰਪਾ ਦੇ ਨਾਲ ਉਸ ਮਾਲਕ ਪਰਮਾਤਮਾ ਦਾ ਜਿਹੜਾ ਜਸ ਹੈ, ਉਹਦੀ ਸ਼ੋਭਾ ਨੂੰ ਬਿਆਨ ਕਰ, ਉਹਦੇ ਨਾਮ ਨੂੰ ਸਿਮਰ, ਉਹਦੇ ਗੁਣਾਂ ਨੂੰ ਗਾ। ਜੇ ਪ੍ਰਸਾਦ ਸੁਨਹਿ ਕਰਨਾਦ, ਜੇ ਪ੍ਰਸਾਦ ਪੇਖੈ ਬਿਸਵਾਦ। ਜਿਸ ਮਾਲਕ ਨੇ ਹੁਣ ਤੈਨੂੰ ਸੁਣਨ ਦੇ ਲਈ ਕੰਨ ਦਿੱਤੇ ਨੇ, ਇਹ ਵੀ ਇੱਕ ਦਾਤ ਹੈ ਨਾ, ਜਿਹਦੇ ਨਾਲ ਤੂੰ ਸੋਹਣਾ ਸੁਣ ਰਿਹਾ ਹੈ, ਕੰਨਾਂ ਦੇ ਵਿੱਚ ਤੇਰੇ ਚੰਗੀਆਂ ਆਵਾਜ਼ ਪੈ ਰਹੀ ਹੈ। ਜੇ ਪ੍ਰਸਾਦ ਪੇਖਿਆ ਬਿਸਮਾਦ, ਪੇਖਿਆ ਦਾ ਅਰਥ ਹੁੰਦਾ ਵੇਖਣਾ, ਤੇ ਵੇਖਿਆ ਅੱਖਾਂ ਨਾਲ ਜਾਂਦਾ ਹੈ। ਅੱਖਾਂ ਵੀ, ਨੇਤਰ ਵੀ ਇੱਕ ਦਾਤ ਹੈ ਮਾਲਕ ਦੀ, ਇਹ ਵੀ ਦਾਤ ਹੈ ਉਸ ਪਰਮਾਤਮਾ ਦੀ ਦਿੱਤੀ ਹੋਈ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਜਿਸ ਮਾਲਕ ਪਰਮਾਤਮਾ ਨੇ ਤੈਨੂੰ ਬੋਲਣ ਦੇ ਲਈ ਜੀਭ ਦਿੱਤੀ ਹੈ, ਜਿਹਦੇ ਨਾਲ ਤੂੰ ਅੰਮ੍ਰਿਤ ਬੋਲ, ਆਤਮਿਕ ਜੀਵਨ ਦੇਣ ਵਾਲੇ ਜਿਹੜੇ ਬੋਲ ਹੈ, ਇਹਦੇ ਨਾਲ ਤੂੰ ਬੋਲ ਸਕਦਾ ਹੈ। ਇਹ ਬੋਲ
ਜੇ ਪ੍ਰਸਾਦ ਸੁਖ ਸਹਿਜੇ ਬਸਣਾ, ਇਹ ਸਭ ਤੋਂ ਵੱਡੀ ਚੀਜ਼ ਹੈ। ਜਿਹਦੀ ਕਿਰਪਾ ਦੇ ਨਾਲ ਮਨੁੱਖ ਸੁਖ ਦੇ ਨਾਲ ਵਸ ਰਿਹਾ, ਟਿਕਾਊ ਦੇ ਨਾਲ ਟਿਕਿਆ ਹੋਇਆ, ਉਹਦੇ ਨਾਲ ਸੁੱਖਾਂ ਦਾ ਆਨੰਦ ਮਾਰ ਰਿਹਾ, ਸੁੱਖਾਂ ਦੇ ਵਿੱਚ ਵਸ ਰਿਹਾ। ਜੇ ਪ੍ਰਸਾਦ ਹਸਤ ਕਰ ਚਲੈ, ਜੇ ਪ੍ਰਸਾਦ ਸੰਪੂਰਨ ਫਲੈ। ਜਿਸ ਮਾਲਕ ਪਰਮਾਤਮਾ ਨੇ ਤੈਨੂੰ ਇਹ ਹੱਥ ਦਿੱਤੇ ਨੇ, ਜਿਹਦੇ ਨਾਲ ਤੂੰ ਕੋਈ ਵੀ ਕਾਰਜ ਕਰ ਸਕਣਾ, ਤੇ ਇਹਦੇ ਤੋਂ ਅੱਗੇ ਵੇਖੋ ਤੇ ਆਖਣ ਲੱਗੇ ਜੇ ਪ੍ਰਸਾਦ ਸੰਪੂਰਨ ਫਲ ਹੈ। ਜੋ ਵੀ ਤੂੰ ਕਾਰਜ ਕਰ ਰਿਹਾ, ਜੋ ਵੀ ਤੂੰ ਕੰਮ ਕਰ ਰਿਹਾ, ਉਹਦੇ ਵਿੱਚ ਤੈਨੂੰ ਸੰਪੂਰਨ ਪੂਰਾ ਕਾਮਯਾਬ ਹੋਵੇਗਾ, ਉਹਦੇ ਵਿੱਚ ਤੈਨੂੰ ਸੰਪੂਰਨ ਫਲ ਮਿਲੇਗਾ, ਉਹਦੀ ਜਿਹੜੀ ਫਲ ਦੀ ਪ੍ਰਾਪਤੀ ਹੋਵੇਗੀ। ਜੋ ਤੂੰ ਕਰ ਰਿਹਾ ਉਸ ਦੀ ਪ੍ਰਾਪਤੀ, ਫਲ ਦੀ ਪ੍ਰਾਪਤੀ ਹੈ। ਜੇ ਪ੍ਰਸਾਦ ਪਰਮਗਤ ਪਾਵੈ, ਜੇ ਪ੍ਰਸਾਦ ਸੁਖ ਸਹਿਜ ਸਮਾਵੈ। ਜਿਸ ਦੀ ਕਿਰਪਾ ਦੇ ਨਾਲ ਤੇਰਾ ਜਿਹੜਾ ਜੀਵਨ ਹੈ ਪਰਮਗਤ ਪਾਵੈ, ਭਾਵ ਉੱਚਾ ਦਰਜਾ, ਆਤਮਿਕ ਜੀਵਨ, ਆਪਣੇ ਜੀਵਨ ਨੂੰ ਸੋਹਣਾ ਬਣਾ ਲੈਣਾ। ਪਰਮ ਅਵਸਥਾ ਜਿਹਨੂੰ ਅਸੀਂ ਚੌਥਾ ਪਦ ਵੀ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਇੱਦਾਂ ਵੀ ਕਹਿ ਲਵੋ ਵੀ ਸੋਹਣਾ, ਜ਼ਿੰਦਗੀ ਨੂੰ ਸ਼ਿੰਗਾਰ ਲੈਣਾ, ਜ਼ਿੰਦਗੀ ਨੂੰ ਸੋਹਣਾ ਕਰ ਲੈਣਾ। ਜੇ ਪ੍ਰਸਾਦ ਸੁਖ ਸਹਿਜ ਸਮਾਵੈ, ਤੇ ਜਿਸ ਦੀ ਕਿਰਪਾ ਦੇ ਨਾਲ ਸੁਖ ਦੇ ਨਾਲ ਉਸ ਮਾਲਕ ਪਰਮਾਤਮਾ ਦੇ ਵਿੱਚ ਸਮਾਉਣ ਦੀ ਦਾਤ ਬਖਸ਼ੀ ਹੈ। ਤੂੰ ਸਮਾ ਸਕਣਾ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਤੇ ਇਹ ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਵੀ ਐਸਾ ਪ੍ਰਭ ਤਿਆਗ, ਮਨੁੱਖ ਇਹੋ ਜਿਹੇ ਪਰਮਾਤਮਾ ਨੂੰ ਵਿਸਾਰ ਕੇ ਅਵਰ ਕਤ ਲਾਗੋ। ਤੂੰ ਹੋਰਨਾਂ ਦੇ ਨਾਲ ਕਿਉਂ ਜੁੜਿਆ ਫਿਰਨਾ, ਹੋਂਦਾ ਦੇ ਪਿੱਛੇ ਕਿਉਂ ਭੱਜ ਦੌੜ ਕਰਦਾ ਪਿਆ। ਜਿਸ ਮਾਲਕ ਨੇ ਤੈਨੂੰ ਇੰਨਾ ਕੁਝ ਦੇ ਦਿੱਤਾ ਹੈ, ਉਹਨਾਂ ਨੂੰ ਜਾ ਕੇ ਦਾਤਾ ਪੁੱਛ ਕੇ ਵੇਖੋ ਨਾ, ਇਹਨਾਂ ਦੀ ਕੀਮਤ ਜਿਨ੍ਹਾਂ ਨੂੰ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਉਹ ਮਨ ਦੇ ਵਿੱਚ ਸੋਚਦੇ ਹੋਣਗੇ ਜਿਹੜੇ ਅੱਖਾਂ ਤੋਂ ਵੇਖ ਸਕਦੇ ਨੇ ਕਿੰਨਾ ਸੋਹਣਾ ਇਹ ਸੰਸਾਰ, ਕਿੰਨਾ ਸੋਹਣਾ ਹੋਵੇਗਾ। ਜਿਨ੍ਹਾਂ ਨੂੰ ਕੰਨਾਂ ਤੋਂ ਸੁਣਦਾ ਨਹੀਂ, ਉਹਨਾਂ ਨੂੰ ਸੁਣਨ ਦੀ ਪੁੱਛੋ ਵੀ ਕੀ ਸੁਣਨਾ ਹੁੰਦਾ ਹੈ। ਤੇ ਜਿਹੜੇ ਹੱਥਾਂ ਨਾਲ ਕੰਮ ਨਹੀਂ ਕਰ ਸਕਦੇ, ਉਹਨਾਂ ਨੂੰ ਹੱਥਾਂ ਦੀ ਕੀਮਤ ਪੁੱਛੋ ਕਿ ਹੱਥਾਂ ਦੀ ਕੀਮਤ ਕੀ ਹੈ। ਉਹ ਆਖਦਾ ਭਾਈ ਮੇਰੇ ਕੋਲ ਹੱਥ ਹੁੰਦੇ ਮੈਂ ਇਹ ਕੰਮ ਕਰ ਲੈਣਾ ਸੀ, ਆਹ ਮੈਂ ਕੰਮ ਮੇਰੇ ਕਰਨ ਯੋਗ ਸੀ, ਮੈਂ ਕਰ ਸਕਦਾ ਸਾਂ। ਪੈਰਾਂ ਤੋਂ ਜਿਹੜੇ ਚੱਲ ਨਹੀਂ ਸਕਦੇ, ਉਹਨਾਂ ਦੇ ਕੋਲੋਂ ਪੈਰਾਂ ਦੀ ਕੀਮਤ ਪੁੱਛੋ ਵੀ ਪੈਰ ਜਿਹੜੇ ਨੇ, ਪੈਰਾਂ ਦੇ ਨਾਲ ਕਿੰਨੀ ਕੁ ਮਹੱਤਤਾ ਹੈ, ਪੈਰਾਂ ਦੀ ਕੀਮਤ ਕੀ ਹੈ। ਤੇ ਸਾਨੂੰ ਤੇ ਮਾਲਕ ਪਰਮਾਤਮਾ ਨੇ ਤੰਦਰੁਸਤੀ ਬਖਸ਼ੀ ਹੈ, ਸਭ ਕੁਝ ਦਿੱਤਾ ਹੋਇਆ, ਹੱਥ ਵੀ ਨੇ, ਪੈਰ ਵੀ ਨੇ, ਕੰਨ ਵੀ ਨੇ, ਰਸਨਾ ਵੀ ਹੈ ਬੋਲਣ ਦੇ ਲਈ। ਗੁੰਗੇ ਨੂੰ ਪੁੱਛ ਕੇ ਵੇਖੋ, ਪਿੱਛੇ ਪੜ੍ਹ ਕੇ ਹਟੇ ਆ ਨਾ ਵੀ ਗੁੰਗੇ ਨੂੰ ਹੁਣ ਕੋਈ ਬੋਲਣ ਲਈ ਆਖੇ ਤੇ ਉਹ ਇੱਕ ਤਰ ਬੋਲ ਨਹੀਂ ਸਕਦਾ। ਇਹ ਜੀਭ ਇਹੋ ਜਿਹੀ ਆ, ਪਤਾ ਨਹੀਂ ਕਿੰਨਾ ਕੁ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨੇ ਕੁ ਬੋਲ ਬੋਲੀ ਜਾਂਦੀ ਹੈ, ਕਦੇ ਵੀ ਥੱਕਦੀ ਨਹੀਂ। ਕਦੇ ਬੰਦੇ ਨੇ ਆਖਿਆ ਵੀ ਮੈਂ ਥੱਕ ਗਿਆ ਵਾ, ਬਸ ਹੁਣ ਨਹੀਂ, ਮੈਂ ਹੋਰ ਨਹੀਂ ਬੋਲ ਸਕਦਾ। ਸਵੇਰ ਤੋਂ ਲੱਗ ਜਾਵੋ ਤੁਸੀਂ ਗੱਲਾਂ ਕਰਨ, ਇਸ ਜੀਭ ਦੇ ਨਾਲ ਸਵੇਰ ਤੋਂ ਤੁਸੀਂ ਬੋਲਣ ਲੱਗ ਜਾਵੋ, ਸ਼ਾਮ ਹੋ ਜਾਵੇਗੀ, ਰਾਤ ਹੋ ਜਾਵੇਗੀ, ਪਰ ਇਹ ਜੀਭ ਫਿਰ ਵੀ ਚੁੱਪ ਨਹੀਂ ਕਰਦੀ। ਤੇ ਇਹ ਦਾਤਾ ਜਿਸ ਮਾਲਕ ਨੇ ਦਿੱਤੀਆਂ ਨੇ, ਐਸਾ ਪ੍ਰਭ ਤਿਆਗ, ਇਹੋ ਜਿਹੇ ਪਰਮਾਤਮਾ ਨੂੰ ਤਿਆਗ ਕੇ, ਇਹੋ ਜਿਹੇ ਪਰਮਾਤਮਾ ਨੂੰ ਛੱਡ ਕੇ ਅਵਰਕਤ ਲਾਗੋ। ਵੀ ਭਾਈ ਤੂੰ ਹੋਰ ਕਿੱਥੇ ਲੱਗਿਆ ਫਿਰਨਾ, ਹੋਰ ਮਾਇਆ ਦੇ ਮੋਹ ਦੇ, ਮਾਇਆ ਦੇ ਚੱਕਰ ਦੇ ਵਿੱਚ ਕਿਉਂ ਫਸਿਆ ਪਿਆ। ਵੀ ਜਿਸ ਮਾਲਕ ਨੇ ਕੋਲੋਂ ਤੈਨੂੰ ਇੰਨੀਆਂ ਦਾਤਾਂ ਮਿਲੀਆਂ, ਜਿਸ ਨੇ ਤੇਰੇ ਤੇ ਇੰਨੀ ਬਖਸ਼ਿਸ਼ ਕੀਤੀ ਹੈ, ਕਿਰਪਾ ਕੀਤੀ ਹੈ, ਉਸ ਨੂੰ ਤੂੰ ਛੱਡ ਕੇ ਹੋਰ ਕਿਤੇ ਲਗਾ ਫਿਰਦਾ, ਇਹਦਾ ਕੋਈ ਫਾਇਦਾ ਨਹੀਂ। ਗੁਰ ਪ੍ਰਸਾਦ ਨਾਨਕ ਮਨ ਜਾਗੋ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ ਹੀ ਨਾਨਕ ਮਨ ਜਾਗੋ। ਮਨ ਨੂੰ ਇੱਕ ਹਲੂਣਾ ਦਿੱਤਾ ਹੈ, ਮਨ ਜਾਗੋ। ਹੇ ਮਨਾ ਤੂੰ ਜਾਗ, ਇਸ ਚੀਜ਼ ਨੂੰ ਸਮਝ, ਇਹਦੇ ਪਰਥਾਏ ਤੂੰ ਹੁਸ਼ਿਆਰ ਹੋ, ਤੈਨੂੰ ਸਮਝ ਲੱਗੇ।
ਕਿਉਂ ਬੰਦੇ ਦਾ ਮਨ ਹੀ ਸੁੱਤਾ ਪਿਆ ਨਾ। ਵੀ ਹੁਣ ਕਿਸੇ ਗੱਡੀ ਦਾ ਡਰਾਈਵਰ ਸੋ ਜਾਵੇ ਤੇ ਵਿੱਚ ਜਿਹੜੀਆਂ ਸਵਾਰੀਆਂ ਬੈਠੀਆਂ ਹੋਣਗੀਆਂ ਤੇ ਉਹਨਾਂ ਦਾ ਬਚਣਾ ਮੁਸ਼ਕਲ ਹੋ ਜਾਂਦਾ ਹੈ। ਇਸੇ ਕਰਕੇ ਅਸੀਂ ਕਦੇ ਵੀ ਬੱਸਾਂ ਦਾ ਸਫ਼ਰ ਕਰੀਏ ਤੇ ਉੱਥੇ ਲਿਖਿਆ ਹੁੰਦਾ 1 2 3 ਨੰਬਰ ਸੀਟ ਤੇ ਸੋਣਾ ਮਨਾ ਹੈ। ਪਿੱਛੇ ਸਵਾਰੀਆਂ ਸਾਰੀਆਂ ਸੁੱਤੀਆਂ, ਹੁਣ ਅਸੀਂ ਸਫ਼ਰ ਕਰਨੇ ਆ, ਸਾਡਾ ਸੁੱਤਿਆਂ ਦਾ ਸਫ਼ਰ ਲੰਘ ਜਾਂਦਾ ਹੈ। ਅਸੀਂ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ ਹੁੰਦੀ, ਕਿਉਂ? ਸਾਨੂੰ ਪਤਾ ਹੈ ਡਰਾਈਵਰ ਸੁਚੇਤ ਹੈ। ਤੇ ਜੇਕਰ ਕਿਤੇ ਡਰਾਈਵਰ ਸੋ ਜਾਵੇ ਤੇ ਸਵਾਰੀਆਂ ਜਾਗਦੀਆਂ, ਹੁਣ ਸਭ ਦੇ ਲਈ ਬਿਪਤਾ ਹੈ। ਤੇ ਮਨ ਸਾਡਾ ਡਰਾਈਵਰ ਹੈ, ਸਾਡੇ ਸਰੀਰ ਨੂੰ ਚਲਾਉਣ ਵਾਲਾ ਹੈ। ਤੇ ਇਸ ਮਨ ਦੇ ਪਰਥਾਏ ਜੇਕਰ ਮਨ ਦੇ ਵਿੱਚ ਸਮਝ ਆ ਗਈ, ਮਨ ਦੇ ਵਿੱਚ ਗਿਆਨ ਆ ਗਿਆ, ਤੇ ਇਹ ਜਿਹੜੇ ਕਰਮ ਇੰਦਰੀ ਨੇ ਇਹਦੇ ਅਨੁਸਾਰ ਅਸੀਂ ਸਹੀ ਕਾਰਜ ਕਰ ਸਕਦੇ ਹਾਂ। ਅੱਖਾਂ ਦੇ ਨਾਲ ਚੰਗਾ ਵੇਖ ਸਕਦੇ ਹਾਂ, ਕੰਨਾਂ ਦੇ ਨਾਲ ਚੰਗਾ ਸੁਣ ਸਕਦੇ ਹਾਂ, ਰਸਨਾ ਦੇ ਨਾਲ ਮਿੱਠਾ ਬੋਲ ਸਕਦੇ ਹਾਂ। ਜਿਹਨੂੰ ਬਾਣੀ ਇਹ ਵੀ ਗੱਲ ਆਖਦੀ ਹੈ ਨਾ, ਜਿਹਵਾ ਜਲੋ ਜਲਾਵਨੀ ਨਾਮ ਨਾ ਜਪੈ ਰਸਾਈ। ਜਿਹੜੀ ਜੀਭ ਆਪਣੀ ਰਸਨਾ ਦੇ ਨਾਲ ਪਰਮਾਤਮਾ ਦਾ ਨਾਮ ਨਹੀਂ ਜਪਦੀ, ਕਹਿੰਦੇ ਇਹੋ ਜਿਹੀ ਜੀਭ ਨੂੰ ਅੱਗ ਦੇ ਵਿੱਚ ਸਾੜ ਦੇਵੋ। ਜਿਹਵਾ ਜਲੋ ਜਲਾਵਨੀ, ਅੱਗ ਦੇ ਵਿੱਚ ਸਾੜ ਦੇਣਾ ਚਾਹੀਦਾ। ਤੇ ਜਿਹੜੀ ਮਾਲਕ ਨੂੰ ਯਾਦ ਨਹੀਂ ਕਰਦੀ ਪਈ, ਰਸਨਾ ਦਾ ਕੰਮ ਹੀ ਇਹਦੇ ਕਰਕੇ ਦਿੱਤੀ ਹੈ। ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਬਸ ਇਹ ਜੀਭ ਹੋਰ ਸਵਾਦਾਂ ਦੇ ਵਿੱਚ ਪਈ ਹੋਈ ਹੈ, ਇਹਨੂੰ ਹੋਰ ਸਵਾਦ ਪਏ ਹੋਏ ਨੇ। ਪਰ ਸਤਿਗੁਰੂ ਜੀ ਵਾਰ-ਵਾਰ ਸਾਨੂੰ ਹਲੂਣਾ ਇਹ ਦਿੰਦੇ ਨੇ। ਮਨ ਨੂੰ ਸੰਬੋਧਨ ਜ਼ਿਆਦਾਤਰ ਬਾਣੀ ਦੇ ਵਿੱਚ ਤੁਸੀਂ ਵੇਖੋਗੇ, ਮਨ ਨੂੰ ਤਕਰੀਬਨ ਜ਼ਿਆਦਾਤਰ ਸੰਬੋਧਨ ਕੀਤਾ ਗਿਆ। ਕਿਹਦੇ ਕਰਕੇ? ਵੀ ਜੇਕਰ ਤੇਰਾ ਮਨ ਰੂਪੀ ਡਰਾਈਵਰ ਸੋ ਗਿਆ, ਮਨ ਸੋ ਗਿਆ, ਤੇ ਵਿਕਾਰਾਂ ਨੇ ਤੇਰੇ ਉੱਤੇ ਆਟੋਮੈਟਿਕ ਹੈਵੀ ਹੋ ਜਾਣਗੇ। ਜਦੋਂ ਮਨ ਦੇ ਵਿੱਚ ਗਿਆਨ ਆ ਗਿਆ, ਮਨ ਨੂੰ ਸਮਝ ਆ ਗਈ, ਮਨ ਤੇਰਾ ਜਾਗ ਪਿਆ, ਤੇ ਫਿਰ ਉਹੀ ਗੱਲ ਵੀ ਇਹ ਜਿੰਨੇ ਕਰਮ ਇੰਦਰੀ ਨੇ ਇਹ ਗਿਆਨ ਦੇ ਨਾਲ ਸਹੀ ਰਸਤੇ ਦੇ ਉੱਪਰ ਚੱਲਣਾ ਸ਼ੁਰੂ ਕਰ ਦੇਣਗੇ। ਪੈਰ ਸਹੀ ਰਸਤੇ ਦੇ ਉੱਤੇ ਚੱਲਣਗੇ, ਹੱਥਾਂ ਦੇ ਨਾਲ ਤੂੰ ਕਾਰਜ ਕਰੇਗਾ, ਲੋਕ ਭਲਾਈ ਦੇ ਕੰਮ ਕਰੇਗਾ। ਇਹੀ ਗੱਲ ਹੈ ਨਾ ਵੀ ਅੱਜ ਦੇ ਜੇਕਰ ਹਾਲਾਤਾਂ ਨੂੰ ਵੇਖੀਏ, ਸਮੇਂ ਨੂੰ ਵੇਖੀਏ, ਤੇ ਆਪਾਂ ਵੇਖਦੇ ਹਾਂ ਵੀ ਚਲੋ ਜਦੋਂ ਇੱਥੇ ਦਿੱਲੀ ਮੋਰਚਾ ਲੱਗਾ ਸੀ, ਉਦੋਂ ਤੇ ਗੱਲ ਆਖੀ ਜਾਂਦੀ ਸੀ ਵੀ ਇਹਨਾਂ ਕੀਤਾ ਤੇ ਆਪਣਿਆਂ ਲਈ ਕੀਤਾ। ਵੀ ਮੋਰਚਾ ਲੱਗਾ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਲੰਗਰ ਦਾ ਪ੍ਰਬੰਧ ਕੀਤਾ, ਦਵਾਈਆਂ ਦਾ ਪ੍ਰਬੰਧ ਕੀਤਾ, ਇਹਨਾਂ ਨੇ ਆਪਣਿਆਂ ਜੋਗਾ ਕੀਤਾ। ਤੇ ਹੁਣ ਸਭ ਆਪਾਂ ਖਬਰਾਂ ਵੀ ਸੁਣਦੇ ਪਏ ਹਾਂ, ਯੂਕਰੇਨ ਤੇ ਰੂਸ ਦੀ ਜਿਹੜੀ ਲੜਾਈ ਵੀ ਚੱਲ ਰਹੀ ਹੈ। ਤੇ ਉੱਥੇ ਤੇ ਕੋਈ ਗੱਲ ਨਹੀਂ ਨਾ, ਉੱਥੇ ਤੇ ਹੁਣ ਸਾਡਾ ਕੋਈ ਆਪਣਾ ਨਹੀਂ, ਪਤਾ ਨਹੀਂ ਕਿੱਥੋਂ ਕਿਹੜੀ ਕੰਟਰੀ ਦੇ ਕਿੱਥੋਂ ਦੇ ਆ ਕੇ ਸਟੂਡੈਂਟ ਨੇ, ਉੱਥੋਂ ਦੇ ਨਾਗਰਿਕ ਨੇ ਜਿਹੜੇ ਫਸੇ ਹੋਏ ਨੇ। ਉੱਥੇ ਲੋਕਾਂ ਨੂੰ ਆਪਣੀ ਜਾਨ ਬਚਾਉਂਦੀ ਪਈ ਹੈ, ਲੋਕੀ ਉੱਥੋਂ ਭੱਜਣ ਦਾ ਪ੍ਰਬੰਧ ਕਰਦੇ ਪਏ ਨੇ। ਵੇਖੋ ਗੁਰੂ ਨਾਨਕ ਦੀ ਕਿਰਪਾ, ਵੀ ਗੁਰੂ ਨਾਨਕ ਨਾਮ ਲੇਵਾ ਜਿਹੜੇ ਸਿੱਖ ਨੇ ਉਸ ਜਗ੍ਹਾ ਦੇ ਉੱਤੇ ਜਾ ਕੇ ਵੀ ਉੱਥੇ ਪ੍ਰਸ਼ਾਦੇ ਦਾ ਪ੍ਰਬੰਧ ਤੇ ਦਵਾਈਆਂ ਦਾ ਪ੍ਰਬੰਧ ਕਰਦੇ ਪਏ ਨੇ। ਇਹਨੂੰ ਕਹਿਣਾ ਵੀ ਜਦੋਂ ਗਿਆਨ ਆ ਗਿਆ, ਸਮਝ ਆ ਗਈ, ਤੇ ਫਿਰ ਸਾਰੇ ਬਰਾਬਰ ਨੇ। ਵੀ ਫਿਰ ਕੋਈ ਉੱਚਾ ਨੀਵਾਂ ਨਹੀਂ। ਹਾਂ ਵੀ ਅਸੀਂ ਆਖੀਏ ਵੀ ਇਹ ਧਰਮ ਉੱਚਾ ਹੈ, ਇਹ ਨੀਵਾਂ ਨਹੀਂ। ਫਿਰ ਇੱਥੇ ਸਰਬੱਤ ਦਾ ਭਲਾ ਮੰਗਿਆ ਜਾਂਦਾ, ਸਾਰਿਆਂ ਦਾ। ਉਹਦੇ ਵਿੱਚ ਕੋਈ ਵੀ ਹੈ, ਸਰਬੱਤ ਦੇ ਵਿੱਚ ਹਰੇਕ ਕੋਈ ਆ ਜਾਵੇਗਾ। ਤੇ ਇਹ ਸਮਝ ਆ ਜਾਵੇਗੀ ਜਦੋਂ ਮਨ ਸੁਚੇਤ ਹੋਵੇਗਾ, ਜਦੋਂ ਗੁਰੂ ਦਾ ਗਿਆਨ ਆਵੇਗਾ, ਗੁਰੂ ਦੀ ਮੱਤ ਆਵੇਗੀ, ਤੇ ਮਨੁੱਖ ਇਸ ਗੱਲ ਨੂੰ ਸਮਝਣ ਦੇ ਲਈ ਤਿਆਰ ਹੈ। ਫਿਰ ਡਰਾਈਵਰ ਸੁਚੇਤ ਹੋ ਜਾਵੇਗਾ, ਮਨ ਗਿਆਨ ਦੇ ਨਾਲ ਕੰਮ ਕਰੇਗਾ। ਅੱਖਾਂ ਚੰਗਾ ਵੇਖਣਗੀਆਂ, ਕੰਨ ਚੰਗਾ ਸੁਣਨਗੇ, ਰਸਨਾ ਚੰਗਾ ਬੋਲੇਗੀ, ਤੇ ਪੈਰ ਚੰਗਾ ਚੱਲਣਗੇ, ਤੇ ਹੱਥਾਂ ਦੇ ਨਾਲ ਚੰਗਾ ਭਲਾਈ ਦਾ, ਲੋਕ ਭਲਾਈ ਦਾ, ਸਮਾਜ ਭਲਾਈ ਦਾ ਕੰਮ ਕਰੇਗਾ। ਇਸੇ ਕਰਕੇ 3 ਉਪਦੇਸ਼ ਦਿੱਤੇ ਸਨ। ਕਿਰਤ ਕਰਨਾ, ਨਾਮ ਜਪਣਾ। ਕਿਰਤ ਅਸੀਂ ਆਪਣੇ ਲਈ ਕਰ ਸਕਦੇ ਹਾਂ, ਨਾਮ ਅਸੀਂ ਆਪਣੇ ਭਲਾਈ ਲਈ ਜਪਣਾ ਹੈ। ਪਰ ਵੰਡ ਕੇ ਛਕਣ ਦਾ ਮੀਨਿੰਗ ਕੀ ਸੀ? ਵੀ ਦੂਸਰਿਆਂ ਦੇ ਨਾਲ ਵੰਡ ਕੇ ਛਕਣਾ। ਇਹ ਕੋਈ ਇੱਕ ਹੀ ਕਰ ਸਕਦਾ, ਮਨੁੱਖ ਹੀ ਵੰਡ ਕੇ ਛਕ ਸਕਦਾ, ਹੋਰ ਕੋਈ ਜੀਵ ਨਹੀਂ, ਹੋਰ ਕੋਈ ਜਾਤੀ ਨਹੀਂ, ਕੋਈ ਜੂਨ ਨਹੀਂ ਵੀ ਜਿਹੜੀ ਦੂਸਰੇ ਦੇ ਨਾਲ ਵੰਡ ਕੇ ਛਕਦੀ ਹੋਵੇ।
ਇੱਕ ਮਨੁੱਖ ਹੀ ਹੈ। ਮਨੁੱਖ ਦੇ ਵਿੱਚ ਦੂਸਰੇ ਦੇ ਪਰਥਾਏ, ਉਹਦੇ ਅੰਦਰ ਮਿੱਤਰਤਾ, ਉਹਨੂੰ ਆਪਣਾ ਸਮਝਣ ਦਾ ਇਹ ਇੱਕ ਉਪਦੇਸ਼ ਸੀ, ਤਰੀਕਾ ਸੀ ਵੀ ਜਦੋਂ ਮਨੁੱਖ ਇੱਕ ਦੇ ਨਾਲ ਵੰਡ ਕੇ ਛਕੇਗਾ, ਪ੍ਰੇਮ ਪੈਦਾ ਹੋਵੇਗਾ, ਆਪਸ ਦੇ ਵਿੱਚ ਪਿਆਰ ਪੈਦਾ ਹੋਵੇਗਾ। ਜਿੱਥੇ ਪਿਆਰ ਹੋਵੇਗਾ ਉੱਥੇ ਫਿਰ ਕੋਈ ਵੈਰ ਭਾਵਨਾ ਨਹੀਂ ਹੁੰਦੀ, ਉੱਥੇ ਕੋਈ ਵੈਰ ਨਹੀਂ, ਉੱਥੇ ਕੋਈ ਦੁਸ਼ਮਣ ਨਹੀਂ ਹੋਵੇਗਾ। ਇਹੀ ਗਿਆਨ ਹੈ, ਇਹੀ ਗੁਰੂ ਦੀ ਸਮਝ ਹੈ ਵੀ ਇਹੀ ਸਤਿਗੁਰੂ ਜੀ ਕਿਰਪਾ ਕਰਦੇ ਵੀ ਜਿਸ ਮਾਲਕ ਪਰਮਾਤਮਾ ਨੇ ਤੇਰੇ ਤੇ ਕਿਰਪਾ ਕੀਤੀ ਹੈ ਤੇ ਉਹਦੇ ਚਰਨਾਂ ਦੇ ਨਾਲ ਜਗ ਲੱਗ ਵੀ ਗੁਰ ਪ੍ਰਸਾਦ ਨਾਨਕ ਮਨ ਜਾਗੋ। ਹੇ ਮਨ, ਤੂੰ ਸੁਚੇਤ ਹੋ, ਤੂੰ ਇਸ ਚੀਜ਼ ਨੂੰ ਸਮਝ, ਜਾਗ ਜਾ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨਹੁ ਵਿਸਾਰ। ਜਿਸ ਦੀ ਕਿਰਪਾ ਦੇ ਨਾਲ ਤੂੰ ਸੰਸਾਰ ਦੇ ਅੰਦਰ ਪ੍ਰਗਟ ਦਾ ਅਰਥ ਹੁੰਦਾ ਹੈ ਮਸ਼ਹੂਰ ਹੋਣਾ, ਸ਼ੋਭਾ ਮਿਲਣਾ। ਜਿਹਦੀ ਕਿਰਪਾ ਦੇ ਨਾਲ ਤੂੰ ਸੰਸਾਰ ਦੇ ਅੰਦਰ ਮਸ਼ਹੂਰ ਹੈ, ਲੋਕ ਤੈਨੂੰ ਜਾਣਦੇ ਨੇ, ਤੇਰੀ ਸ਼ੋਭਾ ਹੈ। ਤਿਸ ਪ੍ਰਭ ਕੋ ਮੂਲ ਨਾ ਮਨਹੁ ਵਿਸਾਰ। ਹੇ ਭਾਈ, ਉਸ ਪ੍ਰਮਾਤਮਾ ਨੂੰ ਮੂਲੋਂ ਨਾ ਵਿਸਾਰੀ, ਉਸ ਪ੍ਰਮਾਤਮਾ ਨੂੰ ਇਸ ਗੱਲ ਦਾ ਧਿਆਨ ਰੱਖੀ, ਕਦੀ ਵੀ ਭੁਲਾਈ ਨਾ, ਉਸ ਨੂੰ ਸਦਾ ਤੂੰ ਯਾਦ ਕਰ, ਮਨ ਦੇ ਵਿੱਚ ਧਿਆ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾ ਕਹੋ ਜਾਪ। ਜੇ ਪ੍ਰਸਾਦ, ਜਿਸ ਦੀ ਕਿਰਪਾ ਦੇ ਨਾਲ ਤੇਰਾ ਪ੍ਰਤਾਪ ਦਾ ਅਰਥ ਹੁੰਦਾ ਪ੍ਰਤਾਪ, ਤੇਜ ਪ੍ਰਤਾਪ, ਵਡਿਆਈ ਵਧਣਾ, ਸ਼ੋਭਾ ਮਿਲਣੀ। ਵੀ ਫਲਾਣੇ ਦਾ ਪ੍ਰਤਾਪ ਬੜਾ ਹੈ, ਉਹਦੀ ਵਡਿਆਈ ਬੜੀ ਹੈ, ਜਾਣਕਾਰੀ ਬੜੀ ਹੈ, ਜਾਣਦੇ ਬਹੁਤ ਨੇ। ਇਸੇ ਕਰਕੇ ਅਸੀਂ ਕਹਿੰਦੇ ਤੇਜ ਪ੍ਰਤਾਪ, ਵੀ ਵਡਿਆਈ ਬਹੁਤ ਵੱਧ ਰਹੀ ਹੈ, ਚੌਂ ਦਿਸ਼ਾਵਾਂ ਦੇ ਵਿੱਚ ਉਹਦੀ ਸ਼ੋਭਾ ਫੈਲੀ ਹੋਈ ਹੈ। ਤੇ ਇਹੀ ਗੱਲ ਵੀ ਜਿਸ ਦੀ ਕਿਰਪਾ ਦੇ ਨਾਲ ਵੀ ਤੈਨੂੰ ਵਡਿਆਈ ਮਿਲ ਰਹੀ ਹੈ, ਤੈਨੂੰ ਸ਼ੋਭਾ ਮਿਲ ਰਹੀ ਹੈ। ਰੇ ਮਨ ਮੂੜ, ਇੱਥੇ ਪੈਰ 'ਚ ਹਾਹਾ ਲੱਗੇਗਾ ਡਾੜੇ ਦੇ, ਮੂੜ। ਹੇ ਮੂੜੇ ਮਨੁੱਖ, ਹੇ ਮੂਰਖ ਮਨ, ਤੂੰ ਤਾ ਕਉ ਜਾਪ। ਹੇ ਤੂੰ ਉਸ ਪ੍ਰਮਾਤਮਾ ਨੂੰ ਫਿਰ ਜਪ, ਉਸ ਪ੍ਰਮਾਤਮਾ ਨੂੰ ਯਾਦ ਕਰ। ਜਿਹ ਪ੍ਰਸਾਦ ਤੇਰੀ ਕਾਰਜ ਪੂਰੀ, ਤਿਸੈ ਜਾਨ ਮਨ ਸਦਾ ਹਜੂਰੀ। ਉਹ ਮਾਲਕ ਪਰਮਾਤਮਾ ਜਿਹਦੇ ਤੇ ਰਹਿਮਤ ਕਰਦਾ ਹੈ, ਜਿਹਦੀ ਕਿਰਪਾ ਦੇ ਨਾਲ ਤੇਰੇ ਕਾਰਜ ਪੂਰੇ, ਸਭ ਕਾਰਜ ਪੂਰੇ ਹੋ ਰਹੇ ਨੇ। ਇਸੇ ਕਰਕੇ ਅਸੀਂ ਗੁਰੂ ਦਾ ਆਸਰਾ ਤੱਕਦੇ ਹਾਂ ਨਾ, ਕੋਈ ਵੀ ਕਾਰਜ ਕਰਨਾ ਹੋਵੇ, ਕੋਈ ਵੀ ਅਸੀਂ ਕੰਮ ਕਰਦੇ ਹਾਂ ਘਰ ਦੇ ਵਿੱਚ, ਭਾਵੇਂ ਕੋਈ ਖੁਸ਼ੀ ਦਾ ਮੌਕਾ ਹੁੰਦਾ ਹੈ, ਅਸੀਂ ਗੁਰੂ ਦਾ ਆਸਰਾ ਤੱਕਦੇ ਹਾਂ। ਕਿਹਦੇ ਕਰਕੇ? ਹੇ ਵਾਹਿਗੁਰੂ, ਜਦੋਂ ਤੂੰ ਅੰਗ ਸੰਗ ਹੋਵੇਂਗਾ, ਜਦੋਂ ਤੂੰ ਮੇਰੇ ਸਾਥ ਹੋਵੇਂਗਾ, ਫਿਰ ਮੈਨੂੰ ਕਿਸੇ ਪ੍ਰਕਾਰ ਦੀ ਕੋਈ ਚਿੰਤਾ ਨਹੀਂ। ਕਿਉਂ? ਉਹ ਤੇਰੇ ਕਾਰਜ ਪੂਰੇ ਕਰਨ ਵਾਲਾ ਹੈ। ਭਾਵੇਂ ਤੇਰਾ ਜੀਵਨ ਮਨੋਰਥ ਹੈ, ਭਾਵੇਂ ਤੇਰੇ ਦੁਨਿਆਵੀ ਕਾਰਜ ਨੇ, ਭਾਵੇਂ ਜਿਸ ਮਨੋਰਥ ਨੂੰ ਲੈ ਕੇ ਤੂੰ ਆਇਆ ਹੈ, ਦੁਨਿਆਵੀ ਕਾਰਜ ਵੀ। ਇਸੇ ਕਰਕੇ ਗੁਰੂ ਦਾ ਅਸੀਂ ਆਸਰਾ ਲੈਂਦੇ ਹਾਂ। ਇਸੇ ਕਰਕੇ ਗੁਰੂ ਦੇ ਅੱਗੇ ਬੇਨਤੀ ਕਰਦੇ ਹਾਂ, ਸਤਿਗੁਰੂ ਇਹ ਜਿਹੜਾ ਕਾਰਜ ਹੈ ਇਹ ਪੂਰਾ ਨਹੀਂ ਹੋ ਰਿਹਾ, ਤੁਸੀਂ ਕਿਰਪਾ ਕਰੋ। ਤਾਂ ਹੀ ਬੇਨਤੀ ਕਰੀਦੀ ਹੈ ਨਾ। ਵੀ ਅਸੀਂ ਕਈ ਵਾਰੀ ਆਖਦੇ ਹਾਂ ਗੁਰੂ ਦੇ ਕੋਲੋਂ ਆ ਕੇ, ਵੀ ਕਈ ਵਾਰੀ ਅਸੀਂ ਬੇਨਤੀ ਕਰਦੇ ਹਾਂ, ਸਤਿਗੁਰੂ ਇਹ ਕਾਰਜ ਨੂੰ ਸੰਪੂਰਨਤਾ ਬਖਸ਼ਣੀ, ਆਪ ਅੰਗ ਸੰਗ ਸਹਾਈ ਹੋਣਾ। ਉਹਦਾ ਮੀਨਿੰਗ ਹੀ ਇਹ ਵੀ ਜਿਹਦੀ ਕਿਰਪਾ, ਜਿਸ ਪ੍ਰਮਾਤਮਾ ਤੇਰੇ ਕਾਰਜ ਪੂਰੇ, ਜਿਸ ਦੀ ਕਿਰਪਾ ਦੇ ਨਾਲ ਤੇਰੇ ਜਿਹੜੇ ਕਾਰਜ ਨੇ ਉਹ ਪੂਰੇ ਹੋ ਰਹੇ ਨੇ, ਤਿਸੈ ਜਾਨ ਮਨ ਸਦਾ ਹਜੂਰੇ। ਵੀ ਉਸ ਮਾਲਕ ਪਰਮਾਤਮਾ ਨੂੰ ਸਦਾ ਤੂੰ ਆਪਣੇ ਅੰਦਰ ਵੇਖ, ਤੇਰੇ ਅੰਦਰ ਹੀ ਵਸ ਰਿਹਾ, ਤੇਰੇ ਹਜ਼ੂਰ ਹੀ, ਨੇੜੇ ਤੇੜੇ ਹੀ, ਤੇਰੇ ਅੰਦਰ ਹੀ ਉਹ ਵਸਦਾ ਹੈ। ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੀ ਤੂੰ ਤਾ ਸਿਉ ਰਾਚ। ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੀ ਤੂੰ ਤਾ ਕੋ ਤਾ ਸਿਉ ਰਾਚ।
ਜਿਸ ਪਰਮਾਤਮਾ ਦੇ ਰਾਹੀਂ, ਜਿਸ ਦੀ ਕਿਰਪਾ ਦੇ ਨਾਲ ਤੈਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ, ਸੱਚ ਮਿਲਦਾ ਹੈ। ਰੇ ਮਨ ਮੇਰੇ, ਹੀ ਮੇਰੇ ਮਨ ਤੂੰ ਤਾਂ ਸਿਉ ਰਾਚ, ਤੂੰ ਉਹਦੇ ਨਾਲ ਰਚਿਆ ਰਹਿ, ਉਹਦੇ ਨਾਲ ਮਿਲਿਆ ਰਹਿ। ਇੱਥੇ ਰਾਚ ਦਾ ਅਰਥ ਜੋ ਦਿੱਤਾ ਹੋਇਆ, ਰਚ ਲੀਨ ਹੋ ਜਾਣਾ, ਇੱਕ ਮਿਕ ਹੋ ਜਾਣਾ, ਉਹਦੇ ਨਾਲ ਇੱਕ ਮਿਕ ਹੋ ਜਾ। ਬਸ ਇਹ ਗੱਲ ਹੋਵੇ, ਤੇਰੇ ਤੇ ਮਾਲਕ ਦੇ ਵਿੱਚ ਕੋਈ ਫਰਕ ਨਾ ਹੋਵੇ। ਰਾਮ ਕਬੀਰਾ ਏਕ ਭਈ ਹੈ, ਕੋਈ ਨਾ ਸਕੈ ਪਛਾਣੀ। ਹੁਣ ਕਬੀਰ ਸਾਹਿਬ ਜੀ ਆਖਦੇ ਵੀ ਮੈਂ ਤੇ ਮਾਲਕ ਪਰਮਾਤਮਾ ਇੱਕ ਹੋ ਗਏ ਆ। ਇੱਕ ਦਾ ਅਰਥ ਕੀ? ਸਭ ਕੁਝ ਮਾਲਕ ਪਰਮਾਤਮਾ ਨੇ ਮੈਨੂੰ ਮੱਤ ਦਿੱਤੀ, ਸਮਝ ਦਿੱਤੀ, ਮੈਂ ਉਸ ਦਾ ਸਿਮਰਨ ਕੀਤਾ, ਯਾਦ ਕੀਤਾ, ਇਸ ਗੱਲ ਦਾ ਸਮਝ ਲੱਗ ਗਈ ਉਹ ਮਾਲਕ ਮੇਰੇ ਅੰਦਰ ਹੀ ਵਸਦਾ। ਇਸੇ ਕਰਕੇ ਸਿਆਣਿਆਂ ਦੀ ਇਹ ਕਹਾਵਤ ਵੀ ਹੈ ਨਾ, ਜਿਹੜੇ ਮਨੁੱਖ ਆਪਣੀ ਮਦਦ ਖੁਦ ਕਰਦੇ ਨੇ, ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ। ਵੀ ਜਿਹੜੇ ਮਨੁੱਖ ਆਪਣੀ ਮਦਦ ਖੁਦ ਕਰਦੇ ਨੇ, ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ। ਕਹਿਣ ਤੋਂ ਮੁਰਾਦ ਇਹ, ਰੱਬ ਸਾਡੇ ਅੰਦਰ ਹੈ। ਅਸੀਂ ਜਦੋਂ ਕਦਮ ਪੁੱਟਾਂਗੇ ਗੁਰੂ ਵੱਲ, ਤੇ ਗੁਰੂ ਸਾਨੂੰ ਲੈਣ ਦੇ ਲਈ ਅੱਗੋਂ ਆਵੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਈ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਈ ਲੇਤ ਹੈ। ਬਸ ਫਰਕ ਇੰਨਾ ਕੁ ਹੈ, ਅਸੀਂ ਇੱਕ ਕਦਮ ਪੁੱਟਣਾ ਹੈ। ਤੇ ਜਿਸ ਦਿਨ ਉਹ ਕਦਮ ਗੁਰੂ ਦੇ ਵੱਲ ਪੁੱਟਿਆ ਗਿਆ, ਮਨ ਦੇ ਵਿੱਚ ਧਾਰ ਕੇ, ਤੇ ਗੁਰੂ ਸਾਨੂੰ ਅੱਗੋਂ ਹੋ ਕੇ ਲੈਣ ਦੇ ਲਈ ਆਉਂਦਾ, ਗੁਰੂ ਅੱਗੋਂ ਹੋ ਕੇ ਆਏਗਾ। ਤੇ ਮਾਲਕ ਪਰਮਾਤਮਾ ਕਿਰਪਾ ਉਹਨਾਂ ਤੇ ਕਰਦਾ। ਰੇ ਮਨ ਮੇਰੇ ਤੂੰ ਤਾਂ ਸਿਉ ਰਾਚ, ਤੂੰ ਉਸ ਮਾਲਕ ਪਰਮਾਤਮਾ ਦੇ ਵਿੱਚ ਰਚਿਆ ਰਹਿ, ਉਹਦੇ ਵਿੱਚ ਪਤੀਤ ਜਾ, ਇੱਕ ਮਿਕ ਹੋ ਜਾ। ਜੇ ਪ੍ਰਸਾਦ ਸਭ ਕੀ ਗਤ ਹੋਈ, ਨਾਨਕ ਜਾਪ ਜਪਹਿ ਜਪ ਸੋਈ। ਜਿਸ ਦੀ ਕਿਰਪਾ ਦੇ ਨਾਲ ਉਸ ਮਾਲਕ ਪਰਮਾਤਮਾ ਸਭ ਕੀ ਗਤ ਹੋਈ, ਸਾਰਿਆਂ ਦੀ ਗਤ ਹੁੰਦੀ ਹੈ, ਗਤੀ ਹੁੰਦੀ ਹੈ, ਮੁਕਤੀ ਹੁੰਦੀ ਹੈ। ਨਾਨਕ ਜਾਪ ਜਪੈ ਜਪ ਸੋਈ। ਹੇ ਨਾਨਕ, ਉਸ ਪਰਮਾਤਮਾ ਦਾ ਹਰੀ ਜਾਪ ਤੂੰ ਜਪਦਾ ਰਹਿ, ਉਸ ਪਰਮਾਤਮਾ ਨੂੰ ਤੂੰ ਸਿਮਰਦਾ ਰਹਿ, ਚੇਤੇ ਕਰਦਾ ਰਹਿ। ਆਪ ਜਪਾਈ ਜਪੈ ਸੋ ਨਾਉ, ਆਪ ਗਵਾਈ ਸੋ ਹਰ ਗੁਣ ਗਾਉ। ਹੁਣ ਇੱਥੇ ਆ ਕੇ ਵੇਖੋ ਵੀ ਅੱਜ ਜਦੋਂ ਪੰਕਤੀ ਪੜ੍ਹੀ ਹੈ ਨਾ, ਆਪ ਜਪਾਈ ਜਪੈ ਸੋ ਨਾਉ। ਜਿਹੜੇ ਮੇਰੇ ਵਰਗੇ ਕਈ ਹੰਕਾਰ ਕਰਦੇ ਨੇ ਵੀ ਮੈਂ ਇੰਨੀ ਬਾਣੀ ਪੜ੍ਹਦਾ ਵਾਂ, ਮੈਂ ਇੰਨਾ ਸਿਮਰਨ ਕਰਦਾ ਵਾਂ, ਮੈਂ ਚੱਲ ਕੇ ਗੁਰਦੁਆਰੇ ਆਉਂਦਾ ਵਾਂ, ਬੰਦੇ ਦੇ ਅੰਦਰ ਹੰਕਾਰ ਹੈ। ਉਹ ਕਹਿੰਦਾ ਮੈਂ ਕਰਨਾ ਤੇ ਹੁੰਦਾ ਏ, ਪਰ ਇੱਥੇ ਸਤਿਗੁਰੂ ਜੀ ਕਿਰਪਾ ਕਰਦੇ, ਆਪ ਜਪਾਏ। ਜੇਕਰ ਉਹ ਆਪ ਜਪਾਉਂਦਾ ਏ, ਜੇਕਰ ਉਹ ਤੇਰੇ ਤੇ ਕਿਰਪਾ ਕਰ ਰਿਹਾ, ਤੂੰ ਬਾਣੀ ਪੜ੍ਹ ਰਿਹਾ, ਜੇ ਉਹ ਕਿਰਪਾ ਕਰਦਾ ਤੂੰ ਸੇਵਾ ਕਰ ਰਿਹਾ, ਜੇ ਉਹਦੀ ਕਿਰਪਾ ਹੈ ਤੇ ਤੂੰ ਗੁਰਦੁਆਰੇ ਚੱਲ ਕੇ ਆ ਰਿਹਾ। ਨਹੀਂ ਤੇ ਵੇਖ ਲੋ, ਕਈ ਵਾਰੀ ਮਨੁੱਖ ਘਰੋਂ ਗੁਰਦੁਆਰੇ ਲਈ ਤੁਰਿਆ ਹੁੰਦਾ ਹੈ ਤੇ ਗੁਰਦੁਆਰੇ ਤੋਂ ਗੇਟ ਤੋਂ ਹੀ ਬਾਹਰੋਂ ਬਾਹਰ ਲੰਘ ਜਾਂਦਾ ਹੈ। ਕਿਉਂ? ਉਸ ਦਿਨ ਗੁਰੂ ਨੂੰ ਭਾਇਆ ਨਹੀਂ। ਜਿਸ ਦਿਨ ਭਾ ਗਿਆ, ਕਈ ਵਾਰੀ ਬੰਦਾ ਰਸਤੇ ਦੇ ਵਿੱਚ ਜਾ ਰਿਹਾ ਹੁੰਦਾ ਹੈ, ਜਾਣਾ ਕਿਤੇ ਹੋਰ ਹੁੰਦਾ ਹੈ, ਪਰ ਕਹਿੰਦਾ ਵੀ ਚਲੋ ਜਾਂਦੇ ਜਾਂਦੇ ਗੁਰੂ ਦੇ ਦਰਸ਼ਨ ਕਰ ਜਾਈਏ। ਰਸਤੇ ਦੇ ਵਿੱਚ ਆਵੇਗਾ, ਉੱਥੇ ਨਮਸਕਾਰ ਕਰ ਜਾਵਾਂਗੇ, ਮੱਥਾ ਟੇਕ ਜਾਵਾਂਗੇ। ਕਿਉਂ? ਮੁਕੱਦਰ ਨੇ ਨਾ, ਜਿਹਨੂੰ ਅਸੀਂ ਮੁਕੱਦਰ ਕਹਿੰਦੇ ਆ, ਇਹੀ ਚੀਜ਼ ਹੈ। ਇੱਥੇ ਆ ਕੇ ਸਭ ਹੰਕਾਰ ਖਤਮ ਹੋ ਜਾਂਦੇ ਨੇ। ਉਸ ਮਨੁੱਖ ਦਾ ਹੰਕਾਰ ਟੁੱਟ ਜਾਵੇਗਾ ਜਿਹੜਾ ਇਹ ਗੱਲ ਆਖੇ ਵੀ ਮੈਂ ਇੰਨੀ ਬਾਣੀ ਪੜ੍ਹਦਾ ਵਾਂ, ਮੈਂ ਇੰਨਾ ਸਿਮਰਨ ਕਰਦਾ ਵਾਂ, ਪਰ ਨਹੀਂ। ਪਿਆਰ ਵਾਲਿਓ, ਇੱਥੇ ਫਿਰ ਜਦੋਂ ਗੁਰੂ ਕਿਰਪਾ ਕਰਦਾ ਹੈ, ਮਾਲਕ ਕਿਰਪਾ ਕਰਦਾ, ਪਰਮਾਤਮਾ ਕਿਰਪਾ ਕਰਦਾ, ਆਪ ਜਪਾਏ ਜਪੈ ਸੋ ਨਾਉ। ਜਿਸ ਤੋਂ ਉਹ ਜਪਾਉਂਦਾ ਹੈ, ਜਿਸ ਨੂੰ ਉਹ ਕਿਰਪਾ ਕਰਦਾ, ਬਖਸ਼ਿਸ਼ਾਂ ਕਰਦਾ, ਜਪੈ ਸੋ ਨਾਉ, ਉਹੀ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ। ਤੁਸੀਂ ਇਹ ਸਮਝ ਲਵੋ, ਅਸੀਂ ਗੁਰੂ ਦੀ ਗੋਦ ਦੇ ਵਿੱਚ ਬੈਠੇ ਹਾਂ, ਸਾਡੇ ਤੇ ਕਿਰਪਾ ਚੱਲ ਰਹੀ ਹੈ, ਕਿਰਪਾ ਕੀਤੀ ਹੈ, ਅਸੀਂ ਬੈਠੇ ਹਾਂ। ਨਹੀਂ ਤੇ ਕੁਝ ਇਹੋ ਜਿਹੇ ਜਿਹੜੇ ਘਰਾਂ ਦੇ ਵਿੱਚ ਵੀ ਬੈਠੇ ਹੋਣਗੇ,
ਅਸੀਂ ਵਡਭਾਗੇ ਹਾਂ। ਇਸੇ ਕਰਕੇ ਆਖੀਦਾ ਨਾ ਵੀ ਜਦੋਂ ਕਿਤੇ ਵੀ ਵਿਚਾਰ ਹੋਵੇਗੀ ਗੁਰੂ ਦੀ ਸੰਗਤ, ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੀ, ਸਾਡੇ ਭਾਗ ਵੱਡੇ ਨੇ, ਵੱਡੀਆਂ ਭਾਗਾਂ ਵਾਲੀਆਂ ਵੀ ਗੁਰੂ ਦੀ ਗੋਦ ਦੇ ਵਿੱਚ ਬਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਸੁਭਾਗਾ ਵਡਭਾਗਾ ਸਮਾਂ ਮਿਲਿਆ। ਇਹੀ ਗੱਲ ਹੈ ਵੀ ਗੁਰੂ ਦੀ ਕਿਰਪਾ ਹੋਈ, ਗੁਰੂ ਦੀ ਬਖਸ਼ਿਸ਼ ਹੋਈ ਤੇ ਉਹਨੇ ਨਾਮ ਜਪਾ ਲਿਆ। ਆਪ ਜਪਾਈ ਜਪੈ ਸੋ ਨਾਉ। ਇਸ ਚੀਜ਼ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਈਏ। ਜਦੋਂ ਇਹ ਚੀਜ਼ ਸਾਡੇ ਕੋਲ ਹੋਵੇਗੀ ਨਾ, ਇਹ ਸਮਝ ਆ ਗਈ, ਸਾਡੇ ਮਨ ਨੂੰ ਇਹ ਸੰਕੇਤ ਮੈਸੇਜ ਮਿਲ ਗਿਆ ਵੀ ਭਾਈ ਜੋ ਕੁਝ ਤੂੰ ਕਰ ਰਿਹਾ ਇਹ ਸਭ ਕੁਝ ਉਹ ਮਾਲਕ ਕਰਾ ਰਿਹਾ ਹੈ, ਤੇ ਫਿਰ ਸਾਡਾ ਜਿਹੜਾ ਹੰਕਾਰ ਹੈ ਸਭ ਹੰਕਾਰ ਖਤਮ ਹੋ ਜਾਵੇਗਾ, ਚਕਨਾਚੂਰ ਬਿਲਕੁਲ ਟੁੱਟ ਜਾਵੇਗਾ। ਪਰ ਅਸੀਂ ਇਹ ਗੱਲ ਨਹੀਂ ਆਖਾਂਗੇ ਵੀ ਅਸੀਂ ਕੀਤਾ, ਫਿਰ ਇਹ ਗੱਲ ਆਖਾਂਗੇ ਵੀ ਮਾਲਕ ਅਸੀਂ ਤੇ ਉਦਮ ਕੀਤਾ, ਕਰਾਇਆ ਤੂੰ, ਕੰਮ ਤੂੰ ਕੀਤਾ। ਤੇ ਜਦੋਂ ਤੂੰ ਆ ਜਾਵੇਗੀ ਉਦੋਂ ਫਿਰ ਅੰਦਰੋਂ ਭਰਮ ਖਤਮ। ਮੇਰਾ ਮੁਝ ਮੈਂ ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗ ਗਿਆ ਮੇਰਾ। ਵੀ ਜਿਹਨੂੰ ਅਸੀਂ ਇਹ ਵੀ ਕਹਿੰਦੇ ਆ ਨਾ, ਬਾਬਾ ਰਵਿਦਾਸ ਜੀ ਦਾ ਸ਼ਬਦ ਵੀ ਪੜ੍ਹਦੇ ਆ, ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ मैं नहीं। जब खुदा था तब मैं नहीं था, जब मैं हूँ तब खुदा नहीं था। ਜਦੋਂ ਮੇਰੇ ਅੰਦਰ ਮੈਂ ਸੀ ਉਦੋਂ ਖੁਦਾ ਨਹੀਂ ਸੀ ਮੇਰੇ ਅੰਦਰ, ਤੂੰ ਨਹੀਂ ਸੀ ਹੈਗਾ। ਹੁਣ ਜਦੋਂ ਖੁਦਾ ਆ ਗਿਆ ਹੁਣ ਮੇਰੇ ਅੰਦਰ ਮੈਂ ਨਹੀਂ ਹੈ। ਜਦੋਂ ਮੈਂ ਸੀ ਉਦੋਂ ਤੂੰ ਮਾਲਕ ਪਰਮਾਤਮਾ ਨਹੀਂ ਸੀ। ਹੁਣ ਉਹਦੀ ਜੋਤ ਸਾਨੂੰ ਸਮਝ ਲੱਗ ਗਈ, ਜੋ ਕੁਝ ਹੋ ਰਿਹਾ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ, ਸਭ ਕੁਝ ਉਹ ਕਰ ਰਿਹਾ। ਤੇ ਉੱਥੇ ਫਿਰ ਇਹ ਗੱਲ ਆਖਾਂਗੇ ਵੀ ਹੇ ਮਾਲਕ ਤੇਰਾ ਸ਼ੁਕਰਾਨਾ ਹੈ। ਇਸ ਚੀਜ਼ ਨੂੰ ਵੇਖ ਕੇ ਕਿਉਂ ਨਾ ਸ਼ੁਕਰਾਨਾ ਨਿਕਲੇਗਾ ਸਾਡੇ ਅੰਦਰੋਂ, ਕਿਉਂ ਨਾ ਉਹਦੇ ਪਰਥਾਏ ਨਿਕਲੇਗਾ ਵਾਹ ਗੁਰੂ। ਆ ਚੀਜ਼ ਕਿਉਂ ਨਾ ਨਿਕਲੇਗੀ ਸਾਡੇ ਅੰਦਰੋਂ, ਵਾਹ ਗੁਰੂ, ਵਾਹਿਗੁਰੂ ਵੀ ਵਾਹ। ਅਸੀਂ ਕਹਿੰਦੇ ਵਾਹ, ਕਿਉਂ ਨਾ ਨਿਕਲੇਗਾ ਸਾਡੇ ਅੰਦਰੋਂ? ਨਿਕਲੇਗਾ ਜ਼ਰੂਰ। ਵੀ ਜਦੋਂ ਇਸ ਚੀਜ਼ ਦੀ ਸਮਝ ਆ ਗਈ, ਜਦੋਂ ਇਸ ਚੀਜ਼ ਨੂੰ ਸਮਝ ਲਿਆ, ਫਿਰ ਸਭ ਕੁਝ ਜੋ ਕੁਝ ਹੋ ਰਿਹਾ ਆਪ ਜਪਾਈ ਜਪੈ ਸੋ ਨਾਉ। ਉਹ ਆਪ ਕਿਰਪਾ ਕਰ ਦਵੇ, ਆਪ ਜਪਾਉਂਦਾ ਤੇ ਅਸੀਂ ਜਪਦੇ ਹਾਂ। ਆਪ ਗਵਾਈ ਗਵਾਈ ਸੋ ਹਰ ਗੁਣ ਗਾਉ। ਇੱਥੇ ਜੋ ਕੰਨਾ ਲੱਗਿਆ ਪੂਰਾ ਬੋਲਣਾ ਹੈ, ਗਵਾਈ। ਆਪ ਗਵਾਉਂਦਾ, ਆਪ ਆਪਣੇ ਗੁਣਾਂ ਨੂੰ ਗਵਾਉਂਦਾ, ਸੋ ਹਰ ਗੁਣ ਗਾਉ। ਫਿਰ ਹੀ ਅਸੀਂ ਹਰੀ ਦੇ ਗੁਣਾਂ ਨੂੰ ਗਾਉਂਦੇ ਹਾਂ। ਪ੍ਰਭ ਕਿਰਪਾ ਤੇ ਹੋਈ ਪਰਗਾਸ, ਪ੍ਰਭੂ ਦਿਆ ਤੀ ਕਮਲ ਵਿਗਾਸ। ਹੁਣ ਪ੍ਰਭੂ ਦੀ ਕਿਰਪਾ ਦੇ ਨਾਲ, ਪਰਮਾਤਮਾ ਦੀ ਕਿਰਪਾ ਦੇ ਨਾਲ ਅੰਦਰ ਚਾਨਣ ਹੋ ਗਿਆ, ਅੰਦਰ ਸਮਝ ਆ ਗਈ ਸਭ ਕੁਝ ਤੂੰ ਕਰਨ ਵਾਲਾ ਹੈ। ਅੰਦਰ ਗਿਆਨ ਆਇਆ, ਪ੍ਰਭੂ ਦਿਆ ਤੇ ਕਮਲ ਵਿਗਾਸ। ਹੁਣ ਜਦੋਂ ਪ੍ਰਮਾਤਮਾ ਦਿਆਲੂ ਹੋਇਆ ਤੇ ਅੰਦਰ ਫਿਰ ਖੜਾਓ ਪੈਦਾ ਹੋ ਗਿਆ। ਹਿਰਦੇ ਰੂਪੀ ਘਰ ਦੇ ਵਿੱਚ, ਕਮਲ ਦਾ ਅਸੀਂ ਅਰਥ ਕਰਨੇ ਆ ਹਿਰਦਾ ਰੂਪੀ ਘਰ, ਵਿਗਾਸ ਦਾ ਅਰਥ ਖੇੜਾ। ਫਿਰ ਅੰਦਰ ਆਨੰਦ ਹੀ ਆਨੰਦ, ਅੰਦਰ ਖੁਸ਼ੀਆਂ ਹੀ ਖੁਸ਼ੀਆਂ, ਖੇੜੇ ਹੀ ਖੇੜੇ। ਕਿਹਦੇ ਨਾਲ? ਮਾਲਕ ਦੀ ਕਿਰਪਾ ਨਾਲ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਈ, ਪ੍ਰਭ ਦਿਆ ਤੀ ਮਤ ਊਤਮ ਹੋਈ। ਜਿਸ ਦੀ ਕਿਰਪਾ ਦੇ ਨਾਲ, ਮਾਲਕ ਪਰਮਾਤਮਾ ਦੀ ਕਿਰਪਾ ਦੇ ਨਾਲ ਚੰਗੀ ਤਰ੍ਹਾਂ ਪ੍ਰਸੰਨ ਹੋਵੇ, ਸੋ ਪ੍ਰਸੰਨ, ਚੰਗੀ ਤਰ੍ਹਾਂ ਖੁਸ਼ ਹੋਣਾ, ਪ੍ਰਸੰਨਤਾ ਮਿਲਣੀ। ਉਹ ਪ੍ਰਸੰਨਤਾ ਜਿਹੜੀ ਕਦੀ ਵੀ ਖਤਮ ਨਾ ਹੋਣ ਵਾਲੀ ਹੋਵੇ। ਕੋਈ ਚੀਜ਼ ਸਾਨੂੰ ਮਿਲੇ, ਕਿਸੇ ਚੀਜ਼ ਦੀ ਪ੍ਰਾਪਤ ਹੁੰਦੀ, ਅਸੀਂ ਪ੍ਰਸੰਨ ਹੁੰਦੇ ਹਾਂ, ਖੁਸ਼ ਹੁੰਦੇ ਹਾਂ ਵੀ ਮੇਰੇ ਕੋਲ ਇਹ ਚੀਜ਼ ਆਈ ਹੈ, ਮੈਨੂੰ ਇਹ ਦਾਤ ਦਿੱਤੀ ਹੈ, ਇਹ ਮੈਨੂੰ ਇਹ ਦਾਤ ਮਿਲੀ ਹੈ। ਮੇਰੀ ਪ੍ਰਸੰਨਤਾ, ਮੇਰੀ ਖੁਸ਼ੀ ਦੱਸੀ ਨਹੀਂ ਜਾ ਸਕਦੀ, ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਕਦੋਂ ਮਿਲੀ? ਪ੍ਰਭ ਸੋ ਪ੍ਰਸੰਨ ਬਸੈ ਮਨ ਸੋਈ, ਸੋ ਪ੍ਰਸੰਨ। ਇਹਨੂੰ ਕਈ ਵਾਰੀ ਅਸੀਂ ਸੁਪਰ ਸੰਨ ਪੜ੍ਹ ਜਾਂਦੇ ਹਾਂ ਕਈ ਵਾਰੀ, ਪਰ ਸੋ ਪ੍ਰਸੰਨ,
ਪ੍ਰਸੰਨ ਦਾ ਅਰਥ ਪ੍ਰਸੰਨਤਾ, ਖੁਸ਼, ਖੁਸ਼ੀ ਮਿਲਣਾ। ਬਸੈ ਮਨ ਸੋਏ, ਉਹ ਪਰਮਾਤਮਾ ਦਇਆ ਕਰੇ ਖੁਸ਼ੀ ਖੁਸ਼ੀ, ਕਿਰਪਾ ਦੇ ਨਾਲ ਉਹ ਤੇਰੇ ਮਨ ਦੇ ਵਿੱਚ ਵਸ ਰਿਹਾ। ਬਸੈ ਮਨ ਸੋਏ, ਮਨ ਵਿੱਚ, ਮਨ ਨੂੰ ਸਿਹਾਰੀ ਹੈ, ਮਨ ਵਿੱਚ ਵਸ ਰਿਹਾ। ਪ੍ਰਭ ਦਿਆ ਤੇ ਮਤ ਉਤਮ ਹੋਈ। ਇੱਕ ਬਾਣੀ ਦੇ ਵਿੱਚ ਉੱਤਮ ਹੁੰਦਾ ਹੈ ਔਂਕੜ ਨਾਲ, ਪਰ ਇੱਥੇ ਦਲੁੰਕੜ ਹੈ। ਊਤਮ, ਊਤਮ ਹੋਏ। ਤੇ ਪਰਮਾਤਮਾ ਦੀ ਕਿਰਪਾ ਦੇ ਨਾਲ ਮਤ ਉੱਤਮ ਹੋਏ, ਭਾਵ ਉੱਚੀ ਸ੍ਰੇਸ਼ਟ, ਜਿਹਦੇ ਵਿੱਚ ਹੁਣ ਚੰਗੇ ਤੇ ਮਾੜੇ ਦੀ ਪਰਖ ਕਰਨ ਦਾ ਪਤਾ ਲੱਗ ਗਿਆ। ਕੀ ਚੀਜ਼ ਚੰਗੀ ਹੈ, ਕਿਹੜੀ ਚੀਜ਼ ਮਾੜੀ ਹੈ, ਜਿਸ ਦੇ ਕਿਹਦੇ ਨਤੀਜੇ ਚੰਗੇ ਹੋਣਗੇ, ਕਿਸ ਕੰਮ ਦੇ ਨਤੀਜੇ ਮਾੜੇ ਹੋਣਗੇ। ਇਸ ਦੀ ਹੁਣ ਬੰਦੇ ਨੂੰ ਪਤਾ ਲੱਗ ਗਿਆ। ਅਸੀਂ ਕਹਿੰਦੇ ਬੰਦਾ ਬੜਾ ਸਮਝਦਾਰ ਹੈ, ਇਹਨੂੰ ਪਹਿਲਾਂ ਹੀ ਸਮਝ ਲੱਗ ਜਾਂਦੀ ਹੈ ਵੀ ਆਹ ਕੰਮ ਕਰਾਂਗੇ ਇਹ ਇਸੇ ਤਰ੍ਹਾਂ ਨਹੀਂ, ਇਵੇਂ ਹੋਵੇਗਾ, ਇਹ ਕਰਾਂਗੇ ਇਹਦੇ ਵਿੱਚ ਸਾਡਾ ਨੁਕਸਾਨ ਹੈ। ਇੱਕ ਮੱਤ ਦੇ ਦਿੱਤੀ ਚੰਗੇ ਮੰਦੇ ਦੀ ਪਰਖ ਕਰਨ ਦੀ, ਜਿਹਨੂੰ ਅਸੀਂ ਕਹਿੰਦੇ ਹਾਂ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਮੈਨੂੰ ਵੀ ਇੱਕ ਮੱਤ ਦੇ, ਇੱਕ ਸਮਝ ਦੇ, ਵੀ ਕਿਤੇ ਇਹ ਨਾ ਹੋਵੇ ਮੈਂ ਸੰਸਾਰ ਦੇ ਨਾਲ ਤੇ ਜੁੜਿਆ ਰਵਾਂ, ਘਰ ਪਰਿਵਾਰ ਦੇ ਨਾਲ ਜੁੜਿਆ ਰਵਾਂ, ਜਿਹੜਾ ਇਸ ਸੰਸਾਰ ਨੂੰ ਚਲਾਉਣ ਵਾਲਾ ਹੈ, ਸਾਰਿਆਂ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ, ਕਿਤੇ ਮੈਂ ਉਹਨੂੰ ਵਿਸਾਰ ਦੇਵਾਂ, ਉਹਨੂੰ ਭੁਲਾ ਦੇਵਾਂ। ਬੰਦੇ ਕੋਲ ਮੱਤ ਆ ਜਾਂਦੀ ਹੈ, ਕਿਰਪਾ ਕਰਦਾ ਤੇ ਉਹ ਉਸ ਦੀ ਦਇਆ ਤੋਂ ਮਿਲਦੀ ਹੈ, ਉਹਦੀ ਰਹਿਮਤ ਦੇ ਨਾਲ ਇਸ ਦੀ ਪ੍ਰਾਪਤੀ ਹੁੰਦੀ ਹੈ। ਸਰਬ ਨਿਧਾਨ ਪ੍ਰਭ ਤੇਰੀ ਮਇਆ, ਆਪੋ ਕਛੂ ਨਾ ਕਿਨਹੂ ਲਿਆ। ਹੁਣ ਮਇਆ ਤੇ ਮਾਇਆ ਇਹ 'ਚ ਫਰਕ ਹੈ। ਮਇਆ ਦਇਆ ਹੋਣੀ, ਕਿਰਪਾ ਹੋਣੀ ਮਾਲਕ ਦੀ। ਮਾਲਕ ਮਇਆ ਹੈ, ਭਾਵ ਦਿਆਲੂ ਹੈ ਮਾਲਕ। ਤੇ ਸਰਬ ਨਿਧਾਨ, ਸਾਰੇ ਖਜ਼ਾਨੇ, ਪ੍ਰਭ ਤੇਰੀ ਮਇਆ, ਹੇ ਵਾਹਿਗੁਰੂ ਤੇਰੀ ਹੀ ਕਿਰਪਾ ਦੇ ਵਿੱਚ ਨੇ ਜੋ ਖਜ਼ਾਨੇ ਨੇ, ਜਿਹਨੂੰ ਅਸੀਂ 9 ਨਿਧੀਆਂ ਵੀ ਕਹਿੰਦੇ ਹਾਂ। 9 ਨਿਧੀਆਂ ਵੀ ਇਹ 9 ਨਿਧੀਆਂ ਨੇ, ਜਿਹੜੇ ਜਿੰਨੇ ਵੀ ਖਜ਼ਾਨੇ ਨੇ, ਜਿੰਨੇ ਸੁੱਖ ਨੇ, ਸਭ ਤੇਰੀ ਕਿਰਪਾ ਦੇ ਵਿੱਚ ਨੇ। ਆਪੋ ਕਛੂ ਨਾ ਕਿਨਹੂ ਲਿਆ। ਹੁਣ ਮਨੁੱਖ ਜਿੰਨੇ ਮਰਜ਼ੀ ਯਤਨ ਕਰਦਾ ਫਿਰੇ, ਵੀ ਬੰਦਾ ਆਖੇ ਵੀ ਮੈਂ ਯਤਨ ਕਰਕੇ ਇਹਨੂੰ ਪ੍ਰਾਪਤ ਕਰ ਲਵਾਂਗਾ, ਪਰ ਜਿੰਨੇ ਸਮੇਂ ਤੱਕ ਉਹ ਕਿਰਪਾ ਨਾ ਕਰੇ, ਆਪੋ ਕਛੂ, ਆਪਣੇ ਆਪ ਦੇ ਨਾਲ, ਨਾ ਕਿਨਹੂ ਲਿਆ, ਕਿਸੇ ਨੇ ਵੀ ਆਪਣੇ ਆਪ ਯਤਨ ਕਰਨ ਦੇ ਨਾਲ ਇਹਨਾਂ ਖਜ਼ਾਨਿਆਂ ਦੀ ਪ੍ਰਾਪਤੀ ਨਹੀਂ ਹੋਈ। ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹੜੇ ਕਿਰਪਾ ਜਿਹਦੇ ਤੇ ਕਿਰਪਾ ਹੋ ਜਾਵੇ। ਜਿਤ ਜਿਤ ਲਾਭ ਹੋ ਤਿਤ ਲਗੈ ਹਰ ਨਾਥ, ਨਾਨਕ ਇਨ ਕੈ ਕਛੂ ਨ ਹਾਥ। ਹੁਣ ਇੱਥੇ ਆ ਕੇ ਨਿਮਰਤਾ ਆ ਗਈ ਆ। ਉੱਤੇ ਸਭ ਪਤਾ ਲੱਗ ਗਿਆ ਬੰਦੇ ਨੂੰ ਵੀ ਆਹ ਸਭ ਚੀਜ਼ਾਂ ਮਾਲਕ ਦੀਆਂ ਦਿੱਤੀਆਂ ਹੋਈਆਂ ਨੇ, ਉਹਦੀ ਕਿਰਪਾ ਕੀਤੀ ਹੈ, ਰਹਿਮਤ ਕੀਤੀ ਹੈ। ਤੇ ਇੱਥੇ ਆ ਕੇ ਫਿਰ ਬੰਦਾ ਆ ਕੇ ਹੱਥ ਜੋੜ ਕੇ ਫਿਰ ਇਹ ਬੇਨਤੀ ਕਰਦਾ ਵੀ ਜਿਤ ਜਿਤ ਲਾਵੋ, ਹੇ ਮਾਲਕ ਜਿੱਥੇ ਤੂੰ ਲਾਵੇਂਗਾ, ਜਿੱਧਰ ਤੂੰ ਜੋੜੇਗਾ, ਤਿਤ ਲੱਗੈ ਹਰ ਨਾਥ, ਹੇ ਨਾਥ ਮਾਲਕ ਪਰਮਾਤਮਾ ਉਧਰ ਹੀ ਮੈਂ ਲੱਗਾਂਗਾ। ਜੇਕਰ ਤੂੰ ਚੰਗੇ ਪਾਸੇ ਲਾ ਰਹੇ ਹੈ, ਮੈਂ ਲੱਗਣ ਦੇ ਲਈ ਤਿਆਰ ਆ, ਤੂੰ ਲਾ, ਤੂੰ ਕਿਰਪਾ ਕਰ। ਨਾਨਕ ਇਨ ਕੈ ਕਛੂ ਨਾ ਹਾਥ, ਹੇ ਨਾਨਕ ਇਹਨਾਂ ਸੰਸਾਰਿਕ ਜੀਵਾਂ ਦੇ ਸਾਡੇ ਹੱਥਾਂ ਦੇ ਵਿੱਚ ਕੁਝ ਵੀ ਨਹੀਂ, ਅਸੀਂ ਕੁਝ ਵੀ ਨਹੀਂ ਕਰ ਸਕਦੇ। ਸਭ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ, ਹੋਮੈ ਕਹੈ ਨਾ ਕੋਈ। ਵੀ ਜਦੋਂ ਇਸ ਗੱਲ ਦੀ ਸਮਝ ਲੱਗ ਗਈ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੋ ਰਿਹਾ ਹੈ, ਸਭ ਕੁਝ ਉਹਦੀ ਰਜ਼ਾ ਦੇ ਵਿੱਚ ਹੈ, ਤੇ ਫਿਰ ਬੰਦਾ ਨਿਮਰਤਾ ਦੇ ਵਿੱਚ ਐਟੋਮੈਟਿਕ ਆ ਜਾਵੇਗਾ। ਉਹ ਨਿਮਰਤਾ ਦੇ ਵਿੱਚ ਆ ਕੇ ਬੇਨਤੀ ਕਰੇਗਾ, ਜਿਤ ਜਿਤ ਲਾਭ ਤਿਤ ਲੱਗੈ ਹਰ ਨਾਥ,
ਨਾਨਕ ਇਨ ਕੈ ਕਛੂ ਨ ਹਾਥ। हे ਨਾਨਕ, ਸੰਸਾਰਿਕ ਜੀਵਾਂ ਦੇ ਹੱਥ ਵਿੱਚ ਕੁਝ ਵੀ ਨਹੀਂ, ਮੇਰੇ ਹੱਥ ਦੇ ਵਿੱਚ ਕੁਝ ਵੀ ਨਹੀਂ, ਮੈਂ ਕੁਝ ਵੀ ਨਹੀਂ ਕਰ ਸਕਦਾ। ਜੋ ਕੁਝ ਕਰਨ ਵਾਲਾ ਹੈ ਮਾਲਕ ਪਰਮਾਤਮਾ ਕਰਨ ਵਾਲਾ ਹੈ। ਇਹ ਤੇ ਹੁਣ 6 ਅਸ਼ਟਪਦੀਆਂ ਦੀ ਸਮਾਪਤੀ ਹੈ। ਇਹਦੇ ਤੋਂ ਅਗਲੀ ਜਿਹੜੀ ਵਿਚਾਰ ਹੈ ਉਹ ਆਪਾਂ ਕੱਲ ਦੇ ਦੀਵਾਨਾਂ ਵਿੱਚ ਕਰਾਂਗੇ। ਵਿਚਾਰਾਂ ਦੀ ਸਮਾਪਤੀ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ, ਸਾਨੂੰ ਸਭਨਾਂ ਨੂੰ ਸਮਤ ਬਖਸ਼ਣ, ਸ਼ੁੱਧ ਤੇ